वाहे और श्री नानक पाद पंकज बंदन पंकज बंदन सिमरो अंगद दोख निकंदन अमरदास गुर हृदय नित त्याग हृदय नित त्याग श्री गुरु रामदास गुण गावो श्री अर्जन विघ्नन के नाशक विघ्नन के नाशक श्री हरि गोविंद शुभ सुमत प्रकाशक श्री हरि राय नमो कर जोरी नमो कर जोरी गुर हरि कृष्ण मनाए बहोरी तेग बहादुर परम कृपाल सतगुर परम कृपाल श्री गुरु गोविंद सिंह सिंह विशाला तरा तरा पर कौन कौन सीसा जी कौन कौन सीसा बंगार बार जगदीसा या मैं अमृत ज्ञान है माणिक भगत बराबर श्री गुरु ग्रंथ साहिब युगत बंदागर अनुराग गुर का शब्द रमाए जिन जीते पंच विकार तीन संतन को वंदना शीस चरण परतार एकंकार सतगुरु तेह प्रसाद सच होई वाहे गुरु जेकी फतेह है विगन बिना सन सोई सतनाम श्री वाहिगुरु साहिब जी मृतक पाए को हमट गया कर जाच ना जथा जीवावे शाहो आद सप हिन जग मारन नदी प्रवाहे जथा विहोधिरन मृतक पाए को हमट गल्यावे करहि जाच ना जथा जीवावे शाहु आद सब हिन जग मरन नदी प्रवाहे जथा विहोधिरना जुग जुग अटाल चवर शतर
ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਕੀ ਅਤੀ ਪਿਆਰੀ ਅਤੀ ਸਨਮਾਨਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਗੁਰੂ ਦਰਬਾਰ ਅੰਦਰ ਰੋਜ਼ਾਨਾ ਦੀ ਤਰ੍ਹਾਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਦੁਆਰਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਇਸ ਲੜੀਵਾਰ ਕਥਾ ਰਾਹੀਂ ਆਪ ਸੰਗਤਾਂ ਨੇ ਕੱਲ ਇੱਥੋਂ ਤੱਕ ਗੁਰੂ ਜੀ ਕੀ ਕਥਾ ਨੂੰ ਸ਼ਰਵਣ ਕਰਨਾ ਕੀਤਾ ਕਿ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੇ ਸੇਵਕਾਂ ਦੀ ਬੇਨਤੀ ਸੁਣ ਕੇ ਔਰ ਉਹਨਾਂ ਪਹਾੜੀਆਂ ਦਾ ਦੁੱਖ ਵੇਖ ਕੇ ਮੋਈ ਹੋਈ ਗਊ ਜ਼ਿੰਦਾ ਕਰ ਦਿੱਤੀ। ਵਾਪਸ ਪਹੁੰਚੇ, ਪਿਤਾ ਸਤਿਗੁਰੂ ਜੀ ਦੀ ਨਾਰਾਜ਼ਗੀ ਹੋਈ ਆਪ ਜੀ ਉੱਪਰ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੁਣ ਬਾਬਾ ਗੁਰਦਿੱਤਾ ਜੀ ਨੂੰ ਕਿਵੇਂ ਤਾੜਨਾ ਕਰਕੇ ਸਮਝਾ ਰਹੇ ਨੇ। ਕੱਲ ਆਪ ਜੀ ਨੇ ਇੱਥੋਂ ਤੱਕ ਇਸ ਲੜੀਵਾਰ ਕਥਾ ਨੂੰ ਸੁਣਨਾ ਕੀਤਾ। ਆਓ ਅੱਗੋਂ ਜਿਵੇਂ ਸਤਿਗੁਰੂ ਜੀ ਬਾਬਾ ਗੁਰਦਿੱਤਾ ਜੀ ਨੂੰ ਉਪਦੇਸ਼ ਬਖਸ਼ ਰਹੇ ਨੇ ਤਿਵੇਂ ਸ਼ਰਵਣ ਕਰੀਏ ਜੀ। ਸਾਹਿਬ ਕਹਿੰਦੇ ਪੁੱਤਰ ਜੀ ਇੰਜ ਤੇ ਹੋਵੇਗਾ ਐਸਾ ਕਿ ਜਦੋਂ ਵੀ ਕੋਈ ਮਰ ਜਾਏਗਾ ਉਹਦੀ ਲੋਥ ਨੂੰ ਚੁੱਕ ਕੇ ਲੋਕੀ ਸਾਡੇ ਕੋਲ ਲਿਆਉਣਗੇ ਔਰ ਫਿਰ ਆ ਕੇ ਜਾਚਨਾ ਕਰਿਆ ਕਰਨਗੇ ਵੀ ਜਿਵੇਂ ਤੁਹਾਡੇ ਪੁੱਤਰ ਨੇ ਮੂਈ ਗਊ ਜ਼ਿੰਦਾ ਕਰ ਦਿੱਤੀ ਤੇ ਮੈਂ ਮਹਾਰਾਜ ਇਸ ਮੁਰਦੇ ਵਿੱਚ ਰੂਹ ਫੂਕਦੇ ਹੋ, ਪਰ ਸਾਡੇ ਵੀ ਇਸ ਜੀਵ ਨੂੰ ਜ਼ਿੰਦਾ ਕਰ ਦਿਓ। ਮੌਤ ਇੱਕ ਅਟਲ ਸੱਚਾਈ ਹੈ ਪੁੱਤਰਾ, ਔਰ ਉਹਦਾ ਭਾਣਾ ਉਹਦੀ ਰਜ਼ਾ, ਜੰਮਣ ਮਰਨਾ ਹੁਕਮ ਹੈ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਬਾਦਸ਼ਾਹ ਸ਼ਾਹ ਵਾਪਾਰੀ ਮਰਨਾ। ਭਾਵੇਂ ਕੋਈ ਸ਼ਾਹ ਹੈ, ਕੋਈ ਬਾਦਸ਼ਾਹ ਹੈ, ਕੋਈ ਵਪਾਰੀ ਹੈ, ਸਭ ਨੇ ਇੱਕ ਦਿਨ ਮਰਨਾ ਹੈ। ਇਸ ਲਈ ਪੁੱਤਰ ਜੀ ਕਿਸੇ ਨੇ ਵੀ ਇਸ ਦੁਨੀਆ ਵਿੱਚ ਸਦਾ ਨਹੀਂ
ਰਹਿਣਾ। ਨਦੀ ਪ੍ਰਵਾਹੇ ਜਥਾ ਇਹੋ ਥਿਰਨਾ। ਜਿਵੇਂ ਨਦੀ ਦਾ ਪ੍ਰਵਾਹ ਹੈ, ਥਿਰ ਨਹੀਂ, ਤਿਵੇਂ ਸੰਸਾਰ ਔਰ ਸੰਸਾਰ ਦੇ ਉੱਪਰ ਆਇਆ ਹੋਇਆ ਕੋਈ ਵੀ ਜੀਵ ਜੰਤੂ ਸਦਾ ਰਹਿਣ ਵਾਲਾ ਨਹੀਂ। ਕਾਨ ਕਾਨ ਕੋ ਹਮ ਜੀਵਾ। ਕਿਹੜੇ ਕਿਹੜੇ ਮੁਰਦੇ ਨੂੰ ਪੁੱਤਰ ਅਸੀਂ ਜ਼ਿੰਦਾ ਕਰਾਂਗੇ। ਇੰਜ ਕਿਸ ਕੀ ਪੈ ਤੇ ਕਿਸ ਦੀ ਉਠਾਵੇ। ਕਿਹਦੀ ਉਮਰ ਦੇ ਕੇ ਕਿਹਨੂੰ ਜ਼ਿੰਦਾ ਕਰਾਂਗੇ ਤੂੰ ਦੱਸ। ਅਗਰ ਕਿਸੇ ਮੁਰਦੇ ਵਿੱਚ ਜਾਨ ਭਰਾਂਗੇ ਤਾਂ ਉਹਨੂੰ ਕਿਹਦੀ ਉਮਰ ਦੇਵਾਂਗੇ ਔਰ ਕਿਹਨੂੰ ਮੁਰਦੇ ਨੂੰ ਅਸੀਂ ਜ਼ਿੰਦਾ ਕਰਕੇ ਉਠਾਵਾਂਗੇ। ਇਸ ਕੋ ਵੀ ਕੁਛ ਯਤਨ ਵਿਚਾਰ। ਇਸ ਗੱਲ ਦਾ ਵੀ ਤੁਸੀਂ ਕੋਈ ਖਿਆਲ ਕੀਤਾ, ਕੋਈ ਯਤਨ ਵਿਚਾਰਿਆ ਬਈ ਇਹ ਕਿੰਜ ਹੋਵੇਗਾ। ਇੰਜ ਦਇਓ ਵਿਚਾਰਤਾ ਕਰੋ ਵਿਚਾਰ। ਅਗਰ ਤੁਸੀਂ ਵਿਚਾਰ ਕੀਤੀ ਹੈ ਬਈ ਕਿਵੇਂ ਕਿਸੇ ਮਰੇ ਹੋਏ ਨੂੰ ਦੂਜੇ ਦੇ ਥਾਂ ਤੇ ਜ਼ਿੰਦਾ ਕਰੋਗੇ, ਉਠਾਓਗੇ ਕਿਸੇ ਦੀ ਉਮਰ ਦੇ ਕੇ, ਤਾਂ ਪੁੱਤਰ ਜੀ ਤੁਸੀਂ ਫਿਰ ਸਾਨੂੰ ਵੀ ਦੱਸੋ, ਸਾਡੇ ਕੋਲ ਕਹਿਣਾ ਕਰੋ। ਅਗਰ ਤੁਹਾਡੇ ਮਨ ਵਿੱਚ ਪੁੱਤਰ ਗੁਰਦਿੱਤਾ ਜੀ ਇਸੇ ਤਰ੍ਹਾਂ ਦੇ ਤਮਾਸ਼ੇ ਔਰ ਇਹੀ ਖੇਡਾਂ ਕਰਨੀਆਂ ਬਣ ਆਉਂਦੀਆਂ ਹਨ ਤਾਂ ਤੇ ਸਾਡੇ ਹੁੰਦੇ ਸੁਣਦੇ ਤੁਹਾਤੋਂ ਕਰਾਮਾਤ ਵਿਖਾਉਣ ਤੋਂ ਰੁਕਿਆ ਨਹੀਂ ਜਾਂਦਾ, ਰਿਹਾ ਨਹੀਂ ਜਾਂਦਾ। ਤਾਂ ਫਿਰ ਪੁੱਤਰ ਸੁਣ, ਇੱਕ ਮਿਆਨ ਵਿੱਚ ਦੋ ਤਲਵਾਰਾਂ ਕਦੇ ਨਹੀਂ ਟਿਕਦੀਆਂ ਹੁੰਦੀਆਂ। ਬਸ ਇਹੀ ਕੁਝ ਵੇਖੋ ਔਰ ਇਹੀ ਕੁਝ ਸਮਝੋ, ਇੱਕ ਮਿਆਨ ਵਿੱਚ ਇੱਕ ਤਲਵਾਰ ਟਿਕਦੀ ਹੈ। ਮਿਆਨ ਇੱਕ ਹੋਵੇ ਤੇ ਤਲਵਾਰਾਂ ਦੋ ਹੋਵਣ, ਨਹੀਂ ਟਿਕਣਗੀਆਂ। ਅਗਰ ਤੁਸੀਂ ਰਹੋਗੇ ਹੁਣ ਤਾਂ ਸਾਨੂੰ ਸਰੀਰ ਤਿਆਗਣਾ ਪਵੇਗਾ। ਅਗਰ ਅਸੀਂ ਰਹਿਣਾ ਹੈ ਫਿਰ ਤੁਸੀਂ ਦੁਨੀਆ ਤੋਂ ਹੁਣ ਰੁਖਸਤ ਹੋਣਾ ਕਰੋ, ਚਲਾਣਾ ਕਰੋ। ਇਸ ਪ੍ਰਕਾਰ ਕੀਤੇ ਤੋਂ ਬਿਨਾ ਪੁੱਤਰਾ ਹੁਣ ਗੱਲ ਨਹੀਂ ਬਣਨੀ। ਹੁਣ ਜਾਂ ਤੁਸੀਂ ਰਹੋਗੇ ਤੇ ਜਾਂ ਅਸੀਂ ਰਵਾਂਗੇ। ਇੱਕ ਸਰੀਰ ਰੱਖੇਗਾ ਹੁਣ ਔਰ ਇੱਕ ਨੂੰ ਤਨ ਤਿਆਗਣਾ ਪਵੇਗਾ। ਕਹਿੰਦੇ ਜਦੋਂ ਬਾਬਾ ਗੁਰਦਿੱਤਾ ਜੀ ਨੇ ਇਹ ਬੋਲ ਪਿਤਾ ਸਤਿਗੁਰੂ ਜੀ ਤੋਂ ਸੁਣੇ ਤਾਂ ਬਾਬਾ ਗੁਰਦਿੱਤਾ ਜੀ ਨੇ ਦੋਵੇਂ ਹੱਥ ਜੋੜ ਕੇ ਪਿਤਾ ਸਤਿਗੁਰੂ ਅੱਗੇ ਸੀਸ ਝੁਕਾ ਦਿੱਤਾ। ਕੋਈ ਹਰਖ ਨਹੀਂ, ਕੋਈ ਸ਼ੋਕ ਨਹੀਂ, ਕੋਈ ਖੁਸ਼ੀ ਨਹੀਂ, ਕੋਈ ਗਮੀ ਨਹੀਂ, ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ। ਬਾਬਾ ਗੁਰਦਿੱਤਾ ਜੀ ਇਸ ਅਵਸਥਾ ਵਿੱਚ ਪਹੁੰਚੇ ਹਨ। ਇੱਕ ਰਸ ਬ੍ਰਿਤੀ ਹੈ, ਬਿਰਤੀ ਹੈ ਜਿਸ ਬਾਬਾ ਗੁਰਦਿੱਤਾ ਜੀ ਦੀ। ਬ੍ਰਹਮ ਗਿਆਨ ਵਿੱਚ ਚਿੱਤ ਟਿਕਿਆ ਹੋਇਆ ਹੈ।
बाबा गुरदित्ता जी ब्रह्म ज्ञानी ਹਨ श्री सतगुरु पिता समरथ और पिता सतगुरु ਸਮਰੱਥ ਨੇ। ਬਾਬਾ ਗੁਰਦਿੱਤਾ ਜੀ ਹੁਣ ਮਨ ਵਿੱਚ ਵਿਚਾਰਦੇ ਹਨ ਵੀ ਮੇਰੇ ਪਿਤਾ ਸਤਿਗੁਰੂ ਸਮਰੱਥ ਹਨ। ਅੰਜਨ ਕਰਨ ਸਕਲ ਜਨ ਹੱਥ ਇਹਨਾਂ ਦੇ ਹੱਥ ਵਸ ਹੈ ਸਾਰਾ ਕੁਝ, ਘੜ ਦੇਣਾ ਤੇ ਤੋੜ ਦੇਣਾ, ਜ਼ਿੰਦਗੀ ਔਰ ਮੌਤ ਪਿਤਾ ਗੁਰੂ ਦੇ ਹੱਥ ਵਸ ਹੈ। ਬਚਨ ਅਮੋਰਜ ਹੋ ਕੇ ਸਦਾ ਔਰ ਜਿਸ ਪਿਤਾ ਸਤਿਗੁਰੂ ਦੇ ਬੋਲ ਬਚਨ ਸਦਾ ਹੀ ਅਮੋੜ ਨੇ, ਜਿਹੜੇ ਮੁੜਦੇ ਨਹੀਂ, ਭਾਵ ਅਟਲ ਹਨ। ਬ੍ਰਹਮ ਅਸਤਰ ਜਿਮ ਮਿਟਹਿ ਨ ਕਦਾ ਜਿਵੇਂ ਬ੍ਰਹਮ ਅਸਤਰ ਦਾ ਵਾਰ ਕਦੇ ਮਿਟਦਾ ਨਹੀਂ, ਖਾਲੀ ਨਹੀਂ ਜਾਂਦਾ। ਜਿਸ ਸ਼ਸਤਰ ਦੇ ਉੱਪਰ ਮੰਤਰ ਪੜ੍ਹ ਕੇ ਛੱਡਿਆ ਜਾਵੇ ਉਹਨੂੰ ਕਹਿੰਦੇ ਨੇ ਅਸਤਰ। ਤੇ ਬ੍ਰਹਮ ਅਸਤਰ ਦਾ ਵਾਰ ਜਿਵੇਂ ਨਿਸ਼ਫਲ ਨਹੀਂ ਹੁੰਦਾ, ਤਿਵੇਂ ਪਿਤਾ ਗੁਰੂ ਦੇ ਬਚਨ ਅਮਿਟ ਹਨ। ਬਿਨ ਸੰਸੈ ਮਨ ਉਹੀ ਬਨ ਔਰ ਬਿਨਾਂ ਕਿਸੇ ਸੰਸ਼ੇ ਤੋਂ ਹੁਣ ਗੁਰੂ ਜੀ ਦੇ ਬਚਨ ਮੰਨਣੇ ਹੀ ਬਣਦੇ ਹਨ। ਇਸ ਮਹਿ ਭਲੋ ਆਪਨੋ ਜਨ ਇਹਦੇ ਵਿੱਚ ਹੀ ਮੇਰਾ ਭਲਾ ਹੈ। ਔਰ ਅਸੀਂ ਜਿਵੇਂ ਪਿਤਾ ਗੁਰੂ ਦਾ ਹੁਕਮ ਹੈ, ਜਿਵੇਂ ਗੁਰੂ ਕੀ ਰਜ਼ਾ ਹੈ, ਹੁਣ ਇਹਦੇ ਵਿੱਚ ਹੀ ਅਸੀਂ ਆਪਣਾ ਭਲਾ ਜਾਣਦੇ ਹਾਂ। ਇਮ ਵਿਚਾਰ ਕਰ ਠਾਨੀ ਨਮੋ ਇੰਜ ਵਿਚਾਰ ਕਰਕੇ ਬਾਬਾ ਗੁਰਦਿੱਤਾ ਜੀ ਨੇ ਪਿਤਾ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੀਨ ਪ੍ਰਕਰਮਾ ਦੇਤੇ ਮਮ ਔਰ 3 ਵਾਰੀ ਪਰਿਕਰਮਾ ਕੀਤੀ। ਬਾਬਾ ਗੁਰਦਿੱਤਾ ਜੀ ਨੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਔਰ 3 ਵਾਰ ਪਰਿਕਰਮਾ ਕਰਕੇ ਨਮਸਕਾਰ ਕਰ ਦਿੱਤੀ। ਧਾਰੇ ਮਾਨ ਕੋਗੇ ਨ ਸਪਿਆਨ ਔਰ ਬਾਬਾ ਗੁਰਦਿੱਤਾ ਜੀ ਚੁੱਪ ਵੱਟ ਕੇ ਇਥੋਂ ਤੁਰ ਪਏ ਹਨ। ਛਰੇ ਤਰੇ ਕਰ ਕਰੀ ਮਿਆਨ ਜਿਹੜੀ ਉਹ ਨਿੰਮ ਦੀ ਛਟੀ ਸੀ ਬਾਬਾ ਗੁਰਦਿੱਤਾ ਜੀ ਦੇ ਹੱਥ ਵਿੱਚ, ਜਿਹਨੂੰ ਲਾ ਕੇ ਮਰੀ ਹੋਈ ਗਊ ਦੇ ਸਰੀਰ ਉੱਪਰ ਇਹ ਬਚਨ ਕਹੇ ਸਨ, ਉਠੋ ਮਾਤ ਬਾਕੀਆਂ ਦੇ ਨਾਲ ਜਾ ਕੇ ਚਰੋ। ਉਹ ਛੜੀ ਆਪ ਨੇ ਹੱਥ ਵਿੱਚ ਲੈਣੀ ਕੀਤੀ। ਕਹੇ ਸੋ ਮਿਲੇ ਨ ਬੋਲਨ ਕੀਨ ਕਿਸੇ ਨਾਲ ਨਹੀਂ ਮਿਲੇ ਬਾਬਾ ਗੁਰਦਿੱਤਾ ਜੀ, ਔਰ ਕਿਸੇ ਨਾਲ ਕੋਈ ਗੱਲ ਆਪ ਨੇ ਚੱਲਣ ਲੱਗਿਆਂ ਨਹੀਂ ਕੀਤੀ। ਚਲਨ ਪਰਲੋਕ ਕਿਤੇ ਚਿਤ ਦੀਨ ਹੁਣ ਚਿੱਤ ਦੇ ਦਿੱਤਾ ਵੀ ਹੁਕਮ ਹੋ ਗਿਆ ਤੁਰ ਦਰਗਾਹ ਤੋਂ। ਇਤਨਾ ਹੀ ਸੰਬੰਧ ਸੀ ਇਸ ਸਰੀਰ ਨਾਲ। ਜੋ ਮਗ ਮਿਲੇ ਚਲੇ ਜੇ ਸਮ ਜਦੋਂ ਬਾਬਾ ਗੁਰਦਿੱਤਾ ਜੀ ਰਸਤੇ ਵਿੱਚ ਜਾ ਰਹੇ ਨੇ, ਜਿਹੜਾ ਵੀ ਕੋਈ ਆਪ ਜੀ ਨੂੰ ਮਿਲਦਾ ਹੈ ਰਾਹ ਵਿੱਚ, ਹਾਥ ਜੋਰ ਨਰ ਠਾਨਕ ਨਮੋ ਉਹ ਸਾਰੇ ਆਪ ਦੇ ਸ਼ਰਧਾਲੂ ਸੇਵਕ ਹੱਥ ਜੋੜ ਕੇ ਆਪ ਜੀ ਨੂੰ ਵੰਦਨਾ ਕਰਦੇ ਹਨ। ਕਿਸ ਕੀ ਤ੍ਰਿਸ਼ਨਾ ਵਿਲੋਚਨ ਲਾਈ ਬਾਬਾ ਗੁਰਦਿੱਤਾ ਜੀ ਦੀ ਨਿਗਾਹ ਸਾਹਮਣੇ ਕਿਸੇ ਵੱਲ ਆਪ ਜੀ ਨੇ ਨਜ਼ਰ ਨਹੀਂ ਕੀਤੀ। ਜਾਨੇ ਏਕ ਰਸ ਸਹਿਜ ਸੁਪਾਈ ਸੁਤੇ ਸਿੱਧ ਸੁਭਾਵਕ ਇੱਕ ਰਸ ਆਪਣੀ ਮੌਜ ਵਿੱਚ ਆਪ ਜੀ ਸਾਹਮਣੇ ਵੱਲ ਵੇਂਦੇ ਹੋਏ
ਚੱਲੇ ਜਾ ਰਹੇ ਹਨ। ਦੇਖ ਦੇਖ ਵਿਸਮੈ ਸਭ ਕੋਈ, ਹਰ ਕੋਈ ਬੜਾ ਹੈਰਾਨ ਹੈ ਬਈ ਅੱਗੇ ਤੇ ਬਾਬਾ ਗੁਰਦਿੱਤਾ ਜੀ ਸਾਡੀ ਨਮਸਕਾਰ ਦਾ ਜਵਾਬ ਵੀ ਦਿੰਦੇ ਸਨ, ਹਾਲ ਚਾਲ ਵੀ ਪੁੱਛਦੇ ਸਨ। ਅੱਜ ਇਹਨਾਂ ਨੂੰ ਕੀ ਹੋਇਆ, ਕਿਸੇ ਵੱਲ ਵੇਖਿਆ ਤੱਕ ਨਹੀਂ ਇਹਨਾਂ ਨੇ, ਔਰ ਕਿਸੇ ਨਾਲ ਕੂਏ ਨਹੀਂ, ਬੋਲੇ ਨਹੀਂ। ਇਹ ਵੇਖ ਕੇ ਸਭ ਸ਼ਰਧਾਲੂ ਬੜੇ ਹੈਰਾਨ ਹੁੰਦੇ ਹਨ। ਬਿਰਤੇ ਉਦਾਸ ਬਹਿਨ ਤੇ ਹੋਈ, ਸਾਰਿਆਂ ਤੋਂ ਬਿਰਤੀ ਆਪ ਜੀ ਦੀ ਉਦਾਸ ਹੋ ਗਈ, ਉਪਰਾਮਤਾ ਨੂੰ ਧਾਰਨ ਕਰ ਗਈ। ਕੀਰਤਪੁਰ ਤੇ ਬਹਿਰ ਪਿਆਨੇ, ਕੀਰਤਪੁਰ ਸਾਹਿਬ ਤੋਂ ਬਾਹਰ ਵੱਲ ਆਪ ਜੀ ਚੱਲੇ ਹਨ। ਅਲਪ ਸੈਲ ਪਰ ਚੜ੍ਹੋ ਥਾਨੇ, ਛੋਟੀ ਇੱਕ ਪਹਾੜੀ ਸੀ, ਉਸ ਛੋਟੀ ਪਹਾੜੀ ਉੱਪਰ ਆਪ ਜੀ ਨੇ ਚੜ੍ਹਨਾ ਕੀਤਾ। ਜਾਏ ਪਿਤਾ ਕੀ ਦਾਸ ਨ ਸੰਗ, ਇਕੱਲੇ ਹੀ ਗਏ ਨੇ, ਕੋਈ ਸੇਵਕ ਆਪ ਦੇ ਨਾਲ ਨਹੀਂ ਹੈ। ਸਨੇ ਸਨੇ ਚਲ ਚੜੇ ਉਤੰਗ, ਸਹਿਜੇ ਸਹਿਜੇ ਉਸ ਪਹਾੜ ਦੀ, ਛੋਟੀ ਪਹਾੜੀ ਦੀ ਚੋਟੀ ਦੇ ਉੱਪਰ ਆਪ ਜੀ ਚੜ੍ਹ ਗਏ ਹਨ। ਬੁੱਢਨ ਸ਼ਹੁ ਸਥਾਨ ਨਿਹਾਰ, ਸਾਹਮਣੇ ਸਾਈਂ ਬੁੱਢਣ ਸ਼ਾਹ ਪੀਰ ਬਾਬਾ ਬੁੱਢਣ ਸ਼ਾਹ ਜੀ ਦਾ ਅਸਥਾਨ ਹੈ। ਦਰਸ਼ਨ ਕੀਤੇ ਉਤੋਂ ਖਲੋ ਕੇ ਪਹਾੜੀ ਤੋਂ, ਤਿਸ ਤੇ ਪੁੱਛਤ ਅੰਤਰਾ ਤਾਰਾ, ਬਾਬਾ ਬੁੱਢਣ ਸ਼ਾਹ ਜੀ ਦੇ ਮੁਕਾਮ ਤੋਂ ਥੋੜੀ ਵਿੱਥ ਤੇ ਹੈ ਉਹ ਪਾਵਨ ਅਸਥਾਨ, ਜਿੱਥੇ ਧੰਨ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾਏ ਹਨ। ਸਾਰੇ ਤਰਾ ਪਰ ਤਰੀ ਗੜਾਈ, ਜਿਹੜੀ ਉਹ ਛੱਟੀ ਸੀ ਜਾ ਕੇ ਜ਼ਮੀਨ ਵਿੱਚ ਆਪ ਜੀ ਨੇ ਗੱਡ ਦਿੱਤੀ, ਅਵਲੋਕਤ ਤੇ ਸੁੰਦਰ ਥਾਈ, ਔਰ ਵੇਖ ਰਹੇ ਨੇ ਉਸ ਸੁੰਦਰ ਅਸਥਾਨ ਨੂੰ, ਕਿਉਂਕਿ ਸਾਈਂ ਬੁੱਢਣ ਸ਼ਾਹ ਜੀ ਨੇ ਪਹਿਲਾਂ ਹੀ ਰਮਜ਼ ਮਾਰ ਦਿੱਤੀ ਸੀ, ਬਾਬਾ ਜੀ ਜਦੋਂ ਤੁਸੀਂ ਸਰੀਰ ਤਿਆਗਣਾ ਹੈ ਨਾ, ਮੇਰੇ ਕੋਲੇ ਆ ਜਾਣਾ, ਬਿਲਕੁਲ ਨਜ਼ਦੀਕ। ਪੁਰਖ ਟੰਗ ਕੋ ਰਾਗ ਨ ਠਾਨਾ, ਹੁਣ ਪਰਿਵਾਰ ਦਾ ਹਿਰਦੇ ਵਿੱਚ ਕੋਈ ਪ੍ਰੇਮ ਨਹੀਂ ਹੈ ਆਪ ਦੇ। ਨੌਕਾ ਮੇਲ ਸਕਲ ਜਗ ਜਾਨਾ, ਇਹ ਸਾਰਾ ਜਗਤ ਨਦੀ ਕਿਨਾਰੇ ਇੱਕ ਬੇੜੀ ਦੇ ਮੇਲ ਦੀ ਤਰ੍ਹਾਂ, ਜਿਵੇਂ ਬੇੜੀ ਦੇ ਵਿੱਚ ਅਨੇਕਾਂ ਅਸਵਾਰ ਹੁੰਦੇ ਨੇ, ਉਰਲੇ ਕਿਨਾਰੇ ਤੋਂ ਚੜ੍ਹਦੇ ਨੇ ਸਭ, ਪਰਲੇ ਕਿਨਾਰੇ ਉਤਰਦੇ ਨੇ, ਕੋਈ ਆਪਣੇ ਰਾਹ ਕੋਈ ਆਪਣੇ ਰਾਹ। ਇਸੇ ਤਰ੍ਹਾਂ ਜਗਤ ਦੀ ਦਸ਼ਾ ਆਪ ਜੀ ਸਮਝਦੇ ਹਨ। ਅਤ ਸਪੁੱਤਰ ਜੋ ਹੈ ਹਰ ਰਾਏ, ਅਤੀ ਪਿਆਰੇ ਸਪੁੱਤਰ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਨੇ। ਵੱਡੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ ਦੇ ਬਾਬਾ ਧੀਰ ਮਲ, ਔਰ ਛੋਟੇ ਸਪੁੱਤਰ ਨੇ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਸਤਵੇਂ ਗੁਰਦੇਵ ਪਿਤਾ। ਮਿਲਣ ਹੇਤ ਨਹਿ ਕਿਛ ਮਨ ਜਾਏ, ਹੁਣ ਜਿਸ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨਾਲ ਛੋਟੇ ਸਪੁੱਤਰ ਨਾਲ ਆਪ ਦਾ ਬੜਾ ਪ੍ਰੇਮ ਹੈ, ਅੰਤਮ ਸਮੇਂ ਕੋਈ ਖਿਆਲ ਆਪ ਜੀ ਨੇ ਆਪਣੇ ਮਨ ਵਿੱਚ ਨਹੀਂ ਲਿਆਂਦਾ ਗੁਰੂ ਹਰ ਰਾਏ ਸਾਹਿਬ ਜੀ ਨੂੰ ਮਿਲਣ ਲਈ। ਸੁਤ ਸਮਯ ਪਰ ਪ੍ਰੇਮ ਕਿਸ ਮਾਹੂ, ਔਰ ਪੁੱਤਰ ਤੋਂ ਪੁੱਤਰ ਦੇ ਬਰਾਬਰ ਹੋਰ ਦੱਸੋ ਪ੍ਰੇਮ ਕਿਹਦੇ ਵਿੱਚ ਹੁੰਦਾ ਹੈ ਜੀਵ ਦਾ।
जिस को सिमर मिलहे कर पार। ਜਦੋਂ ਚੇਤੇ ਕਰਦੇ ਸਨ ਪੁੱਤਰ ਗੁਰੂ ਹਰਿਰਾਏ ਜੀ, ਉਸੇ ਵਕਤ ਬਾਬਾ ਗੁਰਦਿੱਤਾ ਜੀ ਆਪਣੇ ਸੁਪੁੱਤਰ ਨੂੰ ਪਹਿਲਾਂ ਮਿਲਦੇ ਸਨ। ਆਸ ਤਰਨ ਕੋਈ ਆਪਣੇ ਹੱਥ। ਪਰ ਅੱਜ ਪੁੱਤਰ ਦਾ ਵੀ ਖਿਆਲ ਨਹੀਂ ਹੈ ਮਨ ਵਿੱਚ। ਜ਼ਮੀਨ ਦੇ ਉੱਪਰ ਆਪ ਜੀ ਨੇ ਬਸਤਰ ਵਿਛਾਉਣਾ ਕੀਤਾ। ਸੁੰਦਰ ਕਰ ਅਪੁਸ਼ਾ ਕੇ ਸਾਥ। ਬਸ ਘਾਹ ਹੈ ਉੱਥੇ ਔਰ ਚਾਦਰਾਂ ਆਪ ਜੀ ਦੇ ਪਾਸ ਸੀ ਜੋ। ਤਬ ਤਨ ਪਰ ਤੇ ਵਸਤਰ ਉਤਾਰ। ਉਹ ਆਪਣੇ ਤਨ ਤੋਂ ਆਪ ਨੇ ਚਾਦਰਾ ਉਤਾਰਿਆ, ਵਸਤਰ ਉਤਾਰਨਾ ਕੀਤਾ। ਕਰ ਦੋ ਹਰ ਸਹਿਜਾ ਤ੍ਰਣ ਡਾਰ। ਔਰ ਉਹਦੀ ਦੂਰੀ ਤੈ ਆਪ ਜੀ ਨੇ ਲਾਈ, ਇੱਕ ਤੈ ਜ਼ਮੀਨ ਉੱਪਰ ਵਿਛਾਈ ਹੈ। ਬ੍ਰਿਤ ਸੰਕੋਚ ਬੈਠ ਤਬ ਗਏ। ਫਿਰ ਆਪਣੀ ਬਿਰਤੀ ਨੂੰ ਸੰਕੋਚ ਕੇ ਆਪ ਜੀ ਉਸ ਚਾਦਰ ਦੇ ਉੱਪਰ ਬੈਠ ਗਏ ਹਨ। ਨਿਜ ਸਰੂਪ ਮਹਿ ਥਿਰਤਾ ਗਏ। ਆਪਣੇ ਨਿਜ ਸਰੂਪ ਵਿੱਚ ਆਪ ਜੀ ਨੇ ਆਪਣੀ ਬਿਰਤੀ ਨੂੰ ਟਿਕਾਉਣਾ ਕੀਤਾ। ਮੋਦ ਬਿਲੋਚਨ ਪੌੜੇ ਫੇਰ। ਨੇਤਰ ਆਪ ਜੀ ਨੇ ਮੂੰਦ ਲਏ ਨੇ ਔਰ ਉਸ ਚਾਦਰ ਦੇ ਉੱਪਰ ਆਪ ਜੀ ਲੇਟ ਗਏ ਹਨ। ਦੂਤੇ ਵਸਤਲੇ ਮੁਖ ਪਰ ਫੇਰ। ਦੂਸਰੀ ਤੈ ਉਸ ਚਾਦਰ ਦੀ ਆਪ ਜੀ ਨੇ ਆਪਣੇ ਮੁਖ ਦੇ ਉੱਪਰ ਲੈਣੀ ਕੀਤੀ। ਜੋਗ ਸ਼ਬਦ ਕਰ ਕੈਂਚੇ ਕਾਨ। ਔਰ ਜੋਗ ਦੀ ਸ਼ਕਤੀ ਸਦਕਾ ਰੱਬੀ ਭਾਣੇ ਵਿੱਚ ਆਪ ਜੀ ਨੇ ਪ੍ਰਾਣ ਖਿੱਚ ਲਏ ਹਨ। ਸਭ ਤਨ ਤੇ ਸਵਧਾਨੀ ਕਾਨ। ਸਾਰੇ ਸਰੀਰ ਤੋਂ ਸਾਵਧਾਨੀ ਆਪ ਜੀ ਨੇ ਕੀਤੀ ਹੈ। ਤਾਤ ਕਾਲ ਤਨ ਛੋੜ ਸਿਧਾਰੇ। ਔਰ ਤਤਕਾਲ ਹੀ ਆਪ ਜੀ ਨੇ ਸਰੀਰ ਤਿਆਗ ਦਿੱਤਾ। ਇੰਜ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾਏ, ਗੁਰੂ ਦੀ ਰਜ਼ਾ, ਗੁਰੂ ਦੇ ਹੁਕਮ, ਗੁਰੂ ਦੇ ਭਾਣੇ ਵਿੱਚ। ਜਿਮ ਪੰਨਗ ਕੰਚਰੀ ਜਟਾਈ। ਜਿਵੇਂ ਸੱਪ ਆਪਣੀ ਕੁੰਜ ਨੂੰ ਸੁਖੈਨ ਤਰੀਕੇ ਨਾਲ ਛੱਡ ਕੇ ਆ ਗਿਆ ਤੇ ਆ ਚਲਿਆ ਜਾਂਦਾ ਹੈ, ਇੰਜ ਬੜੇ ਸੁਖਾਲੇ ਤਰੀਕੇ ਨਾਲ ਆਪ ਜੀ ਨੇ ਸਰੀਰ ਰੂਪੀ ਕੁੰਜ ਤਿਆਗ ਦਿੱਤੇ। ਗਏ ਸੁਖੈਨ ਤਜੀ ਤਬ ਕਾਇਆ। ਕਹਿੰਦੇ ਕਾਇਆ ਤਜ ਦਿੱਤੀ ਬਾਬਾ ਗੁਰਦਿੱਤਾ ਜੀ ਨੇ। ਅਰਥ ਸੋਗ ਨਹਿ ਪਇਓ ਬਦਾਇਆ। ਕਦੇ ਵੀ ਜਿਸ ਬਾਬਾ ਗੁਰਦਿੱਤਾ ਜੀ ਨੂੰ ਨਾ ਦੁੱਖ, ਨਾ ਸੁੱਖ, ਨਾ ਖੁਸ਼ੀ, ਨਾ ਗਮੀ ਵਿਆਪੀ। ਨਏ ਬੈਸ ਮਹਿ ਤਨ ਕਰੁਨਾਈ। ਕਹਿੰਦੇ ਇੰਜ ਆਪ ਜੀ ਦਾ ਸਰੀਰ ਹੈ, ਨਵੀਂ ਉਮਰ ਹੈ, ਚੜ੍ਹਦੀ ਜਵਾਨੀ ਹੈ ਜੀ। ਜਿਮ ਜੋਗੀ ਮਾਇਆ ਤਜ ਜਾਈ। ਜਿਵੇਂ ਜੋਗੀ ਲੋਕ ਮਾਇਆ ਨੂੰ ਛੱਡ ਕੇ ਤੁਰ ਜਾਂਦੇ ਹਨ, ਤਿਵੇਂ ਆਪ ਜੀ ਨੇ ਸਰੀਰ ਰੂਪੀ ਮਾਇਆ, ਕਾਇਆ ਰੂਪੀ ਮਾਇਆ ਨੂੰ ਤਿਆਗ ਦਿੱਤਾ। ਜੋਰ ਲੈ ਸੁਧ ਪੂਰਨ ਸੁਰ ਸਰਬ। ਚੜੇ ਤੇ ਮਾਨ ਪਿਆਨ। ਕਹਿੰਦੇ ਜਦੋਂ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾਏ, ਇਧਰ ਦੇਵ ਲੋਕ ਵਿੱਚ ਦੇਵਤਿਆਂ ਨੂੰ ਜਦੋਂ ਖਬਰ ਪਹੁੰਚੀ, ਵਿਮਾਨ ਲੈ ਕੇ ਆਏ ਹਨ। ਸੁਤ ਕੇ ਤਨ ਤਜਨਤ। ਆਏ ਮੰਗਲ ਨਾਮ। ਕਹਿੰਦੇ ਗੁਰੂ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੇ ਜਦੋਂ ਤਨ ਤਿਆਗਿਆ ਤਾਂ ਦੇਵ ਲੋਕ ਵਿੱਚ ਉਹਨਾਂ ਦੀ ਬੜੀ ਜੈ ਜੈਕਾਰ ਹੋਈ, ਬੜੇ ਮੰਗਲਾਚਾਰ
तमाम सुरां ने देवतियां ने करने कीते। चौपई जय जय मुख ते शब्द उचारे। अपने मुखों तमाम देवते देव मंडल विचों और बाबा गुरदित्ता जी दे सन्मुख खलो के आप दी जय जयकार उचारण करते ने। धन बाबा गुरदित्ता जी, धन बाबा गुरदित्ता जी कह रहे ਹਨ। और फुल्लां दे बुक भर भर के आप जी दे उपर देवते पा रहे ਹਨ। अनेकां प्रकार दियां अप्सरावां प्रसन्न हो के मानो नचदियां ਹਨ। बड़ी मिठी सुर विच रच के ਉਹ ਆਪ ਦਾ ਜਸ ਗਾयन ਕਰਦੀਆਂ ਹਨ। तमाम देवतियां ने धन बाबा गुरदित्ता जी नूं नमस्कार कीती। कहन लगे बहुत बाबा गुरदित्ता जी तुसां भला कीता जगत दा, और हुण गुरु दे भाणे विच तुसां प्रस्थान कर दिता है। मात लोक तो अपने लोक वल। सारे देवतियां विच बड़ा उत्साह वधिया है। आप जी दा शुभ आगमन अपने पास जान करके देवते कह रहे ने वेखो ये छेवें गुरु दे सपुत्र ने बाबा गुरदित्ता जी कितने शोभ रहे ਹਨ। और ये सतवें गुरु दे पिता ਹਨ। भाव गुरु हर राय साहिब जी दे पिता ਹਨ। धन बाबा गुरदित्ता जी दीन दुनी दा टिक्का जी, जो वर मंगीए सो वर दिता जी। कहते आप जी दी आरती उतार रहे ने देवते तमाम, और आप दे दर्शन कर रहे ਹਨ। कहते सारे देवते आप दे पिछे पिछे विमान दे चले जा रहे ਹਨ। और गुरु दे सपुत्र बाबा गुरदित्ता जी दा विमान अगे जा रहा है, बड़ा प्रकाश रहा है। मानो जिमें तेज दे सहित सूरज जांदा है। संस्कृत दा शब्द है ग्रीवाण, इहदा अर्थ हुंदा देवते। मानो जिमें तमाम तारे देवते होवण। जिथों जिथों तक देवतियां दी शक्ति सी चलन दी, उस लोक तक देवते आप जी दे नाल गए ਹਨ। अगे उन्हां दी शक्ति नहीं। जिथे बाबा गुरदित्ता जी जा रहे ने वो है गुरु दा लोक। फिर नमस्कारां कर करके देवते वापस अपने देवलोक नूं
ਮੁੜੇ ਹਨ। ਗੁਰ ਸਤਿਗੁਰ ਨੇ ਜਾਤੇ ਅਗਾਈ। ਔਰ ਗੁਰੂ ਦਾ ਸਪੁੱਤਰ ਬਾਬਾ ਗੁਰਦਿੱਤਾ ਜੀ ਅੱਗੇ ਵੱਲ ਵਿਮਾਨ ਉਹਨਾਂ ਦਾ ਚੱਲ ਰਿਹਾ ਹੈ। ਸਭ ਸੁਰਪੁਰ ਕੋ ਹੀਰਤ ਜਾਈ। ਔਰ ਸਾਰੇ ਸੁਰਪੁਰ ਨੂੰ, ਦੇਵਪੁਰੀ ਨੂੰ ਆਪ ਜੀ ਵੇਖਦੇ ਜਾਂਦੇ ਹਨ। ਅਤੇ ਆਨੰਦ ਕੋਰੀ ਦੇ ਸਮਾਈ। ਔਰ ਅਤੀ ਆਨੰਦ ਤਮਾਮ ਦੇਵਤਿਆਂ ਦੇ ਮਨਾਂ ਵਿੱਚ ਵੀ ਸਮਾਇਆ। ਔਰ ਬਾਬਾ ਗੁਰਦਿੱਤਾ ਜੀ ਦੇ ਮਨ ਵਿੱਚ ਅਤੀ ਆਨੰਦ ਸਮਾ ਰਿਹਾ ਹੈ। ਪੁਨ ਗੁਰਪੁਰ ਲੋ ਪਹੁੰਚਿਓ ਜਾਈ। ਮੁੜ ਗੁਰੂ ਦੀ ਪੁਰੀ ਤੱਕ ਬਾਬਾ ਗੁਰਦਿੱਤਾ ਜੀ ਸੱਚਖੰਡ ਵਸੈ ਨਿਰੰਕਾਰ ਪਹੁੰਚ ਗਏ ਹਨ। ਮਿਲੇ ਸਭਨ ਸੋ ਬੰਧਨ ਗਾਈ। ਔਰ ਤਮਾਮ ਸੱਚਖੰਡ ਵਾਸੀਆਂ ਨੂੰ ਆਪ ਜੀ ਮਿਲੇ ਨੇ। ਤਮਾਮ ਸੱਚਖੰਡ ਵਾਸੀਆਂ ਨੇ ਆਪ ਜੀ ਨੂੰ ਬੰਦਨਾ ਕੀਤੀ ਹੈ। ਅਚੁਤ ਪਦ ਮਹਿ ਜਾਏ ਬਿਰਾਜੀ। ਔਰ ਕਹਿੰਦੇ ਐਸੀ ਪਦਵੀ ਵਿੱਚ ਅਗਿੜ ਅਵਸਥਾ ਦੇ ਮਾਲਕ ਨੇ ਬਾਬਾ ਗੁਰਦਿੱਤਾ ਜੀ ਉਸੇ ਪਦਵੀ ਵਿੱਚ ਆਪ ਜਾ ਪਹੁੰਚੇ ਹਨ। ਜਨ ਕੇ ਨਾਮ ਲੈਤੇ ਅਗ ਭਾਜੀ। ਜਿਸ ਬਾਬਾ ਗੁਰਦਿੱਤਾ ਜੀ ਦਾ ਨਾਮ ਲੈਣ ਨਾਲ ਹੀ ਤਮਾਮ ਪਾਪ ਨਸ ਜਾਂਦੇ ਹਨ। ਕਿਤ ਕੀਰਤ ਪੁਰ ਮਹਿ ਜੇਤਾ। ਇਹ ਤੇ ਸੀ ਦੇਵ ਲੋਕ ਦੀ ਬਾਤ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਬਾਣੀ ਉਚਾਰਨ ਕਰਦੇ ਹੋਏ ਉਸ ਸਮੇਂ ਦਾ ਹਾਲ ਜਦੋਂ ਪਿਤਾ ਸਤਿਗੁਰੂ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਾਮੇ ਸ਼ਹਾਦਤ ਪੀ ਗਏ, ਉਦੋਂ ਜੋ ਵਰਤਾਰਾ ਵਰਤਿਆ ਇਸ ਮਾਤ ਲੋਕ ਵਿੱਚ ਔਰ ਉਸ ਲੋਕ ਦੇ ਵਿੱਚ ਗੁਰੂ ਨੇ ਦੋਨਾਂ ਲੋਕਾਂ ਦਾ ਜ਼ਿਕਰ ਕੀਤਾ ਹੈ ਬਾਣੀ ਵਿੱਚ। ਮਹਾਰਾਜ ਕਹਿੰਦੇ ਹੈ ਸਭ ਜਗ ਭਇਓ ਜੈ ਜੈ ਜੈ। ਸੁਰ ਲੋਕ ਜਦੋਂ ਪਿਤਾ ਸਤਿਗੁਰੂ ਦੀ ਸ਼ਹਾਦਤ ਹੋਈ, ਕੁੱਲ ਦੁਨੀਆ ਵਿੱਚ ਹੈ ਹੋ ਗਈ। ਭਾਵ ਬੜਾ ਲੋਕਾਂ ਨੇ ਰੁਦਨ ਕੀਤਾ, ਹਾਏ ਹਾਏ ਆਖਣ ਲੱਗੇ ਵੀ ਬੜਾ ਤਕੜਾ ਜ਼ੁਲਮ ਹੋਇਆ ਔਰ ਇਸ ਨੌਰੰਗੇ ਨੇ ਕੀਤਾ। ਪਰ ਸਤਿਗੁਰੂ ਕਹਿੰਦੇ ਦੇਵ ਲੋਕ ਦੇ ਵਿੱਚ ਪਿਤਾ ਗੁਰੂ ਦੀ ਜੈ ਜੈਕਾਰ ਹੋ ਰਹੀ ਸੀ। ਸਭ ਦੇਵਤੇ ਆਖ ਰਹੇ ਸਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਇਹ ਤੇ ਸੀ ਦੇਵ ਲੋਕ ਦੀਆਂ ਬਾਤਾਂ, ਦੇਵ ਮੰਡਲਾਂ ਦੀਆਂ ਵਿਚਾਰਾਂ। ਇਹ ਮੰਡਲ ਹੈਗੇ ਪਰਮਾਰਥ ਦੇ ਪਾਂਧੀਆਂ ਲਈ ਹੈਗੇ, ਸੰਸਾਰੀ ਬਿਰਤੀਆਂ ਵਾਲਿਆਂ ਲਈ ਹੈ ਨਹੀਂ। ਇਹ ਐਵੇਂ ਪਹੇਲੀਆਂ ਨੇ ਉਹਨਾਂ ਲਈ ਇਹ ਗੱਲਾਂ ਨੇ, ਕੇਵਲ ਬੁਝਾਰਤਾਂ ਨੇ। ਪਰ ਪਰਮਾਰਥ ਦੇ ਪਾਂਧੀਆਂ ਲਈ ਇਹ ਹੈ, ਗੁਰਮਤ ਦੇ ਅਭਿਲਾਖੀਆਂ ਲਈ ਇਹ ਸਭ ਕੁਝ ਹੈ, ਪਰ ਮਨਮੁਖਾਂ ਲਈ ਹੈ ਨਹੀਂ। ਤਾਂ ਤੇ ਅਸੀਂ ਦੇਵ ਲੋਕ ਦੀਆਂ ਬਾਤਾਂ। ਹੁਣ ਆਓ ਇਸ ਲੋਕ ਵਿੱਚ ਕਵੀ ਸੰਤੋਖ ਸਿੰਘ ਜੀ ਕਹਿੰਦੇ, ਜਦੋਂ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾ ਗਏ, ਹੁਣ ਇਸ ਮਾਤ ਲੋਕ ਤੇ ਕੀ ਹੋਇਆ?
ਕੀਰਤਪੁਰ ਸਾਹਿਬ ਕੀ ਹੋਇਆ? ਆਓ ਸੁਣਦੇ ਹਾਂ। ਸੇਵਾ ਨੀਤ ਰਹਿਤ ਨਿਤ ਪਾਸ। ਜਿਹੜੇ ਸੇਵਕ ਆਪ ਜੀ ਦੇ ਨਿਤਾ ਪ੍ਰਤੀ ਆਪ ਦੇ ਕੋਲ ਰਹਿੰਦੇ ਸਨ, ਲੱਗੇ ਬਿਲੋਵਨ ਦ੍ਰਿਸ਼ਟ ਨਯਾ। ਉਹਨਾਂ ਦੀਆਂ ਅੱਖੀਆਂ ਬਾਬਾ ਗੁਰਦਿੱਤਾ ਜੀ ਦੇ ਦਰਸ਼ਨਾਂ ਵੱਲ ਲੱਗੀਆਂ ਨੇ। ਕਾਰਨ ਕੀ ਹੈ? ਅੱਜ ਬਾਬਾ ਗੁਰਦਿੱਤਾ ਜੀ ਉਹਨਾਂ ਨੂੰ ਨਜ਼ਰ ਕਿਉਂ ਨਹੀਂ ਆਉਂਦੇ? ਇੱਧਰ ਉੱਧਰ ਲੱਭ ਰਹੇ ਨੇ, ਪਰ ਕਿਤੋਂ ਵੀ ਬਾਬਾ ਗੁਰਦਿੱਤਾ ਜੀ ਉਹਨਾਂ ਨੂੰ ਲੱਭਦੇ ਨਹੀਂ। ਪੁੱਛਦੇ ਨੇ ਇੱਕ ਦੂਜੇ ਤੋਂ ਵਿਚਰਦੇ ਹੋਏ, ਜਿੱਤੇ ਕਿਤੇ ਵੀ ਜਾਂਦੇ ਹਨ। ਜਿਨ੍ਹਾਂ ਨੇ ਜਾਂਦਿਆਂ ਨੂੰ ਵੇਖਿਆ ਸੀ ਪਹਾੜੀ ਵੱਲ, ਉਹਨਾਂ ਨੇ ਕੁਝ ਕੁ ਨੇ ਦੱਸ ਦਿੱਤਾ। ਉਹ ਦੱਸਣ ਵਾਲੇ ਕਹਿੰਦੇ ਵੀ ਪ੍ਰੇਮੀਓ, ਸੇਵਕੋ ਨਗਰੀ ਤੋਂ ਬਾਹਰ ਵੱਲ ਗਏ ਨੇ, ਛੋਟੀ ਪਹਾੜੀ ਉੱਪਰ ਚੜ ਰਹੇ ਸਨ। ਕਹਿੰਦੇ ਇਕੱਲੇ ਸਨ, ਸਾਰੇ ਸੰਗੀਆਂ ਨੂੰ ਛੱਡ ਕੇ ਗਏ ਸਨ, ਕੋਈ ਨਾਲ ਨਹੀਂ ਸੀ ਉਹਨਾਂ ਦੇ। ਕਹਿੰਦੇ ਉਹ ਜਿਹੜੇ ਸੇਵਕ ਸਨ, ਵੀ ਸ਼ਾਇਦ ਜ਼ਰੂਰਤ ਹੋਵੇ ਸਾਡੀ, ਅਸੀਂ ਜਾ ਕੇ ਸੇਵਾ ਕਰੀਏ, ਪੁੱਛੀਏ ਕੀ ਚਾਹੀਦਾ ਤੁਹਾਨੂੰ। ਉਹ ਦੌੜ ਕੇ ਉਧਰ ਵੱਲ ਗਏ ਹਨ। ਕੁਝ ਕੁ ਸੋਚ ਰਹੇ ਸਨ ਕਿ ਸ਼ਾਇਦ ਸਾਨੂੰ ਬਾਬਾ ਗੁਰਦਿੱਤਾ ਜੀ ਉੱਥੇ ਬਹਿ ਕੇ ਉਡੀਕਦੇ ਹੋਵਣਗੇ। ਕਹਿੰਦੇ ਜਿੱਧਰ ਨੂੰ ਗਏ ਸਨ ਉਹਨਾਂ ਦੇ ਸੇਵਕ ਪੁੱਛਦੇ ਹਨ। ਉੱਚੀ ਚੜ ਗਏ ਪਹਾੜੀ ਦੇ ਉੱਪਰ, ਪਹੁੰਚ ਗਏ ਉੱਥੇ ਜਿੱਥੇ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾ ਕਰਕੇ ਜ਼ਮੀਨ ਤੇ ਲੇਟੇ ਹਨ। ਕਹਿੰਦੇ ਜਾ ਕੇ ਤੱਕਿਆ ਵੀ ਇਹ ਤੇ ਲੇਟੇ ਹਨ। ਸੇਵਕ ਕਹਿਣ ਲੱਗੇ, ਬਾਬਾ ਜੀ ਇਹ ਤੁਹਾਡੀ ਕੀ ਮੌਜ ਹੈ? ਤੁਸੀਂ ਜ਼ਮੀਨ ਦੇ ਉੱਪਰ ਹੀ ਆ ਕੇ ਇੱਥੇ ਲੇਟ ਗਏ ਹੋ ਜੀ। ਘਰ ਵਿੱਚ ਮਖਮਲੀ ਪਲੰਘ ਛੱਡ ਕੇ ਤੁਸੀਂ ਆ ਕੇ ਇੱਥੇ ਲੰਮੇ ਪੈ ਗਏ ਹੋ। ਔਰ ਕਾਰਨ ਕੀ ਹੈ ਬਾਬਾ ਜੀ? ਸਾਡੇ ਵਿੱਚੋਂ ਕਿਸੇ ਨੂੰ ਵੀ ਆਪ ਜੀ ਆਪਣੇ ਨਾਲ ਲੈ ਕੇ ਨਹੀਂ ਆਏ। ਔਰ ਨੇੜੇ ਹੁੰਦੇ ਹਨ। ਜਦੋਂ ਤੱਕਿਆ ਬਾਬਾ ਗੁਰਦਿੱਤਾ ਜੀ ਦੇ ਮੁਖ ਤੋਂ ਚਾਦਰ ਸਰਕਾਈ, ਸਰੀਰ ਦੀ ਕਿਰਿਆ ਤੱਕੀ, ਨਬਜ਼ ਰੁਕੀ ਹੈ, ਸਾਹ ਨਹੀਂ ਚੱਲਦੇ। ਕਹਿੰਦੇ ਹੱਥ ਲਾ ਕੇ ਆਪ ਦੇ ਤਨ ਨੂੰ, ਆਪ ਦੇ ਸੇਵਕ ਬੜੇ ਹੈਰਾਨ ਹੋਏ ਹਨ। ਕਹਿੰਦੇ ਚਰਨਾਂ ਨੂੰ ਪਲੋਸ ਕੇ ਆਪ ਜੀ ਨੂੰ ਜਗਾਉਣਾ ਚਾਹੁੰਦੇ ਹਨ। ਜਦੋਂ ਉਹਨਾਂ ਦੇ ਮਨ ਵਿੱਚ ਨਿਰਣਾ ਹੋ ਗਿਆ ਵੀ ਨਹੀਂ, ਕਹਾਣੀ ਹੋਰ ਹੈ ਕੁਝ। ਦੌੜ ਕੇ ਉੱਤੋਂ ਪਹਾੜੀ ਤੋਂ ਇੱਕ ਸੇਵਕ ਉਤਰਦਾ, ਕੀਰਤਪੁਰ ਸਾਹਿਬ ਪਹੁੰਚਦਾ। ਗੁਰੂ ਹਰਗੋਬਿੰਦ
ਸਾਹਿਬ ਜੀ ਪਾਸ ऊंची कूक निकट होए मार ਔਰ ਗੁਰੂ ਦੇ ਨੇੜੇ ਹੋ ਕੇ ਉਹਨੇ ਉੱਚੀ ਧਾ ਮਾਰਨੀ ਕੀਤੀ निकसी नैनन ते जल तारी ਔਰ ਉਹਦੇ ਅੱਖਾਂ ਵਿੱਚੋਂ ਜਲ ਦੀ ਧਾਰਾ ਵਹਿ ਟੁਰੀ। भोजन कीन कहाँ तुझ पयो ਸਤਿਗੁਰੂ ਕਹਿਣ ਲੱਗੇ ਕੀ ਹੋ ਗਿਆ ਤੈਨੂੰ? ਸਿੱਖਾ ਧਾ ਮਾਰੀ ਹੈ ਤੂੰ ਸਾਡੇ ਕੋਲ ਆ ਕੇ, ਅੱਖੀਆਂ ਚੋਂ ਤੇਰੇ ਨੀਰ ਵਹਿ ਰਿਹਾ ਹੈ, ਤੈਨੂੰ ਕੀ ਹੋਇਆ ਹੈ ਭਾਈ? क्यों रोदन तुम ऐसो की ਵੇਖੋ ਅੰਤਰਜਾਮੀ ਗੁਰੂ ਸਭ ਜਾਣਦੇ ਨੇ ਪਰ ਜਣਾਉਂਦੇ ਨਹੀਂ। ਸਤਿਗੁਰੂ ਕਹਿੰਦੇ ਤੁਸੀਂ ਇੰਝ ਰੋਣਾ ਕਿਉਂ ਕਰ ਰਹੇ ਹੋ? सुन गुर ते बोलियो तब दास ਗੁਰੂ ਤੋਂ ਇਹ ਸੁਣ ਕੇ ਸੇਵਕ ਆਖਣ ਲੱਗਾ, पुत्र आपको बड़ो नरास ਕਹਿਣ ਲੱਗਾ ਮਹਾਰਾਜ ਤੁਹਾਡੇ ਵੱਡੇ ਸਪੁੱਤਰ ਗੁਣਾਂ ਦੀ ਪੂੰਜੀ, ਗੁਣਾਂ ਦੀ ਖਾਨ ਧੰਨ ਬਾਬਾ ਗੁਰਦਿੱਤਾ ਜੀ। ऊंचे थल पर कुशल साई ਆਹ ਵੇਖੋ ਮਹਾਰਾਜ ਉੱਚੀ ਪਹਾੜੀ ਉੱਪਰ, ਉੱਚੀ ਥਾਂ ਉੱਪਰ पौधे प्राण नहीं बिच पाए ਲੇਟੇ ਪਏ ਨੇ, ਸਾਹ ਨਹੀਂ ਹਨ, ਸਰੀਰ ਵਿੱਚੋਂ ਪ੍ਰਾਣ ਮੁੱਕ ਗਏ ਹਨ ਜੀ। सुन कर सब ते अंतर जाए ਇਹ ਸੁਣ ਕੇ ਅੰਤਰਜਾਮੀ ਗੁਰੂ ਹਰਗੋਬਿੰਦ ਸਾਹਿਬ ਜੀ उठे तुरंत सेवक अनुगामी ਮਹਾਰਾਜ ਸਾਹਿਬ ਜੀ ਆਪਣੇ ਸੇਵਕਾਂ ਨੂੰ ਲੈ ਕੇ, ਸੇਵਕਾਂ ਦੇ ਪ੍ਰੇਮੀ ਉੱਠੇ ਹਨ। चलो काल थल में मृत हो ਸਤਿਗੁਰੂ ਕਹਿੰਦੇ ਚਲੋ ਭਾਈ ਚੱਲ ਕੇ ਵੇਖਦੇ ਆ ਕਿਹੜੀ ਥਾਂ ਤੇ ਬਾਬਾ ਗੁਰਦਿੱਤਾ ਜੀ ਨੇ ਸਰੀਰ ਤਿਆਗਿਆ ਹੈ। हिम सतगुर गमने सब जोई ਇੰਜ ਸਤਿਗੁਰੂ ਜੀ ਤੁਰ ਪਏ ਹਨ, ਸਭ ਦੇ ਵੇਖਦੇ ਵੇਖਦੇ। अंत हे पुर गुर के सुत गई ਇਧਰ ਗੁਰੂ ਕੇ ਮਹਿਲਾਂ ਦੇ ਪਾਸ ਖਬਰ ਪਹੁੰਚ ਗਈ। सुनत बात सगरी रजनाई ਕਹਿੰਦੇ ਸਾਰੇ ਫਿਰ ਗੁਰੂ ਕੇ ਮਹਲ ਧੰਨ ਮਾਤਾ ਮਰਵਾਹੀ ਜੀ ਔਰ ਧੰਨ ਮਾਤਾ ਨਾਨਕੀ ਜੀ ਰੁਦਨ ਕਰਦੇ ਹਨ। परिवार कीरतपुर मानी ਪੂਰੇ ਕੀਰਤਪੁਰ ਸਾਹਿਬ ਵਿੱਚ ਰੌਲਾ ਪੈ ਗਿਆ, ਸ਼ੋਕ ਦੀ ਲਹਿਰ ਹੋ ਉੱਠੀ। सुन सुन शोक वध्यो लगना ਸੁਣ ਸੁਣ ਕੇ ਸ਼ੋਕ ਵਧਿਆ, ਥੋੜਾ ਨਹੀਂ ਰਿਹਾ, ਸਾਰੇ ਸ਼ੋਕ ਵਿੱਚ ਹਨ। विधि चंद आदिक नर सिंह ਬਾਬਾ ਬਿਧੀ ਚੰਦ ਜੀ ਤੋਂ ਆਦਿਕ ਬੜੇ ਹੋਰ ਸਿੱਖ संग लाए श्री हर गोविंद ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ ਲਏ ਹਨ। उतलावत पहुँचे तिस स्थान ਬੜੀ ਤੇਜ਼ੀ ਨਾਲ ਸਤਿਗੁਰੂ ਉਸ ਥਾਂ ਤੇ ਪਹੁੰਚੇ ਹਨ। देखियो पुत्र पड़ियो बिन प्राण ਤੱਕਿਆ ਵੀ ਮੇਰੀ ਰਜ਼ਾ ਵਿੱਚ, ਰੱਬੀ ਹੁਕਮ ਵਿੱਚ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾ ਚੁੱਕੇ ਹਨ। नारे अपर्ण सम शोक उपाय ਵੇਖੋ ਸਤਿਗੁਰੂ ਹੋਰ ਮਨੁੱਖਾਂ ਦੀ ਤਰ੍ਹਾਂ ਗੁਰੂ ਜੀ ਨੇ ਜਾ ਕੇ ਵੀ ਉਥੇ ਸ਼ੋਕ ਦਾ ਇਜ਼ਹਾਰ ਕੀਤਾ। कहो नंदन किम कहाँ सिधाई ਸਤਿਗੁਰੂ ਕਹਿਣ ਲੱਗੇ ਪੁੱਤਰ ਜੀ ਦੱਸੋ ਤੇ ਸਹੀ ਕਿੱਥੇ ਹੋ ਤੁਸੀਂ, ਕਿੱਥੇ ਚਲੇ ਗਏ? सुपट सिख है संग जितेक ਜਿਤਨੇ ਕੁ ਸਿਪਾਹੀ ਸਨ, ਸਿੱਖ ਸਨ, रोदत करत पुकार बने ਸਭਨਾਂ ਦੇ ਮਨ ਭਰ ਆਏ ਹਨ। तरन बैस मन काल न काल
ਕਹਿੰਦੇ ਵੇਖੋ ਜਵਾਨੀ ਦੀ ਉਮਰ ਵਿੱਚ ਬਾਬਾ ਜੀ ਗੁਰੂ ਕੇ ਸਾਹਿਬਜ਼ਾਦਾ ਜੀ ਸਰੀਰ ਤਿਆਗ ਗਏ ਨੇ, ਪਰ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਤੇ ਭਾਵੇਂ ਬੱਚਾ ਹੋਵੇ, ਜਵਾਨ ਹੋਵੇ, ਬੁੱਢਾ ਹੋਵੇ, ਅਧਖੜ ਹੋਵੇ, ਇਹ ਤੇ ਵਾਰੀ ਸਭ ਦੀ ਆਉਂਦੀ ਹੈ ਭਾਈ। ਕਹਿਣ ਲੱਗੇ ਬਾਬਾ ਜੀ ਤੁਸੀਂ ਕਿੱਥੇ ਚਲੇ ਗਏ ਹੋ? ਸੁਣ ਕੀਰਤਪੁਰ ਕੇ ਨਰ ਨਾਰੀ, ਸੁਣ ਕੇ ਕੀਰਤਪੁਰ ਸਾਹਿਬ ਦੀਆਂ ਸੰਗਤਾਂ, ਇਸਤਰੀ ਪੁਰਸ਼ ਤਾਏ ਪਹੁੰਚੇ ਤਜ ਵਿਸਾਰੇ। ਦੌੜ ਦੌੜ ਕੇ ਪਹੁੰਚੇ ਨੇ ਆਪੋ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਉਸ ਪਹਾੜੀ ਦੇ ਉੱਪਰ। ਸਮੇਂ ਦੀ ਸਮਾਪਤੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।